ਸਤਿ ਸ਼੍ਰੀ ਅਕਾਲ ਜੀ, मैं हाँ रणबीर सिंह राणा ਤੇ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਜੰਕਸ਼ਨ ਤੇ। ਲੁਧਿਆਣਾ ਦਾ ਇਹ ਮੁੱਖ ਜੰਕਸ਼ਨ ਹੈ ਤੇ ਵੱਡੀ ਗੱਲ ਇਹ ਹੈ ਕਿ ਅੱਜ ਤੋਂ ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ, ਕਿਉਂਕਿ ਕਿਸਾਨਾਂ ਦੇ ਵੱਲੋਂ 5 ਨਵੰਬਰ ਤੱਕ ਖੁੱਲ੍ਹ ਦੇ ਦਿੱਤੀ ਗਈ ਹੈ ਮਾਲ ਗੱਡੀਆਂ ਨੂੰ ਲੰਘਣ ਦੀ। ਤਸਵੀਰਾਂ ਤੁਹਾਨੂੰ ਲੁਧਿਆਣਾ ਜੰਕਸ਼ਨ ਤੋਂ ਦਿਖਾ ਰਹੇ ਹਾਂ, ਜਿੱਥੇ ਇੱਕ ਮਾਲ ਗੱਡੀ ਦੀ ਆਮਦ ਹੋਈ ਹੈ ਤੇ ਹੁਣ ਜਿਹੜੀ ਢੋਆ ਢੁਆਈ ਹੈ ਮਾਲ ਗੱਡੀਆਂ ਦੇ ਰਾਹੀਂ ਉਸ ਦੀ ਵੀ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਹਮਣੇ इस पासे मेरे देख सकते हो तुसी कि रेल गड्डी दे जिहड़े इंजन ने वो पिछले कई महीनों तो इस ढंग दे नाल खड़े ने, कोई भी जिहड़ी आवाजाही है वो नहीं सी चलन दी जा रही, क्योंकि किसान जथेबंदियां दे आगू लगातार जिहड़े ने वो रेल रोको अंदोलन कर रहे सन। रेलां नहीं सन चल रहीआं। उस तो पहला कोरोना काल सीगा, उस तो बाद किसानां दे वल्लों रेल रोको अंदोलन किया गया सीगा, पर हुण किसान जथेबंदियां दी मंग तो बाद ਜਿਹੜੀ ਮੰਗ ਮੰਨੀ ਗਈ ਹੈ, ਸੈਸ਼ਨ ਬੁਲਾ ਲਿਆ ਗਿਆ, ਬਿੱਲ ਪਾਸ ਕੀਤੇ ਗਏ, ਜਾਂ ਈਵਨ ਕਿ ਇਹ ਵੀ ਗੱਲ ਸੀਗੀ ਕਿ ਜਿਹੜੀ ਖਾਦ ਹੈ ਉਹ ਆਉਣੀ ਹੈ, ਜਿਹੜਾ ਝੋਨਾ ਹੈ ਉਹ ਜਾਣਾ ਹੈ, ਜਿਹੜਾ ਕੋਲਾ ਹੈ ਉਹਦੀ ਜ਼ਰੂਰਤ ਸੀਗੀ ਪੰਜਾਬ ਨੂੰ, ਤੇ ਉਸੇ ਨੂੰ ਲੈ ਕੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਨੇ ਤੇ ਮਾਲ ਗੱਡੀਆਂ ਦੀ ਜਿਹੜੀ ਦੇ ਵੱਲੋਂ ਢੋਆ ਢੁਆਈ ਦਾ ਕੰਮ ਹੈ, ਮਾਲ ਗੱਡੀਆਂ ਦੀ ਆਵਾਜਾਈ ਹੈ, ਉਸ ਦੀ ਸ਼ੁਰੂਆਤ ਹੋ ਗਈ ਹੈ। ਕਿਉਂਕਿ ਕਿਸੇ ਵੀ ਵਪਾਰ ਨੂੰ ਕਾਰੋਬਾਰ ਨੂੰ ਚਲਾਉਣ ਦੇ ਲਈ ਮਾਲ ਗੱਡੀਆਂ ਦੀ ਵੱਡੀ ਜ਼ਰੂਰਤ ਹੁੰਦੀ ਹੈ। ਪੰਜਾਬ ਦੇ ਵਿੱਚ ਜੇ ਕੋਲਾ ਆਉਂਦਾ ਹੈ ਤਾਂ ਮਾਲ ਗੱਡੀਆਂ ਰਾਹੀਂ ਆਉਂਦਾ ਹੈ, ਜੇ ਝੋਨਾ ਜਾਂ ਅਨਾਜ ਜਾਂਦਾ ਹੈ ਤਾਂ ਮਾਲ ਗੱਡੀਆਂ ਰਾਹੀਂ ਜਾਂਦਾ ਹੈ, ਜੇ ਕੋਈ ਦੂਜੇ ਸਟੇਟਾਂ ਨੂੰ ਆਦਾਨ ਪ੍ਰਦਾਨ ਹੁੰਦਾ ਹੈ ਤਾਂ ਮਾਲ ਗੱਡੀਆਂ ਰਾਹੀਂ ਹੁੰਦਾ ਹੈ, ਜੇ ਖਾਦ ਦੀ DAP ਦੀ ਆਮਦ ਹੁੰਦੀ ਹੈ ਤਾਂ ਉਹ ਵੀ ਪੰਜਾਬ ਦੇ ਵਿੱਚ ਮਾਲ ਗੱਡੀਆਂ ਰਾਹੀਂ ਹੀ ਆਉਂਦੀ ਹੈ। ਸੋ ਪੰਜਾਬ ਦੀ ਇਕਨੋਮੀ ਤੇ ਵੱਡਾ ਅਸਰ ਹੋ ਰਿਹਾ ਸੀ ਤੇ ਇਸੇ ਅਪੀਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਇਹ ਅਪੀਲ ਜਿਹੜੀ ਹੈ ਉਹ ਰੰਗ ਲਿਆਈ ਹੈ ਤੇ ਹੁਣ ਮਾਲ ਗੱਡੀਆਂ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਢੰਗ ਦੇ ਨਾਲ ਮਾਲ ਗੱਡੀਆਂ ਤੋਂ ਜਿਹੜਾ ਢੋਆ ਢੁਆਈ ਦਾ ਸਮਾਨ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ। ਲੁਧਿਆਣਾ ਜੰਕਸ਼ਨ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਤੇ ਜਿੱਥੇ ਹੁਣ ਤੋਂ ਪਹਿਲਾਂ ਵੀ ਇੱਕ ਮਾਲ ਗੱਡੀ ਨਿਕਲ ਕੇ ਹਟੀ ਹੈ ਤੇ ਥੋੜੇ ਦੇਰ ਬਾਅਦ ਮਾਲ ਗੱਡੀਆਂ ਜਿਹੜੀਆਂ ਉਹ ਆ ਜਾ ਰਹੀਆਂ ਨੇ, ਕਿਉਂਕਿ ਲੁਧਿਆਣਾ ਇੱਕ ਵੱਡਾ ਹੌਜ਼ਰੀ ਦਾ ਤੇ ਹੋਰ ਸਾਈਕਲ ਪਾਰਟਸ ਤੋਂ ਲੈ ਕੇ ਹੋਰ ਕਾਰੋਬਾਰ ਦਾ ਜੰਕਸ਼ਨ ਵੀ ਹੈ। ਇਸੇ ਥਾਂ ਤੋਂ ਜਿਹੜੇ ਸਮਾਨ ਹੈ ਉਹਦੀ ਢੋਆ ਢੁਆਈ ਹੁੰਦੀ ਹੈ, ਜਿਹੜਾ ਕੱਚਾ ਮਾਲ ਹੈ ਉਹ ਵੀ ਆਉਂਦਾ ਹੈ ਤੇ ਜਿਹੜਾ ਤਿਆਰ ਮਾਲ ਹੈ ਉਹ ਵੀ ਇੱਥੋਂ ਜਾਂਦਾ ਹੈ। ਸੋ ਹੁਣ ਮਾਲ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਪਹੀਏ ਚੱਲਣ ਲੱਗੇ ਨੇ, ਚੱਕੇ ਚੱਲਣ ਲੱਗੇ ਨੇ, ਪਰ ਪਹਿਲਾਂ ਇਹ ਰਫ਼ਤਾਰ ਬਿਲਕੁਲ ਬੰਦ ਸੀਗੀ ਤੇ ਹੌਲੀ ਹੌਲੀ ਮੁੜ ਤੋਂ ਜਿਹੜੀ ਮਾਲ ਗੱਡੀਆਂ ਦੀ ਆਵਾਜਾਈ ਹੈ ਉਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਸੋ ਜਿਸ ਢੰਗ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਲੁਧਿਆਣਾ ਜੰਕਸ਼ਨ ਤੋਂ ਦਿਖਾ ਰਹੇ ਹਾਂ ਕਿ ਮਾਲ ਗੱਡੀ ਜਿਹੜੀ ਹੈ ਉਹ ਜਾ ਰਹੀ ਹੈ। ਸੋ ਇਹ ਲੁਧਿਆਣਾ ਜੰਕਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਮਾਲ ਗੱਡੀ ਦੀ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ ਤੇ ਪਹਿਲਾਂ ਮਾਲ ਗੱਡੀਆਂ ਬਿਲਕੁਲ ਬੰਦ ਸਨ, ਕਿਤੇ ਵੀ ਜਿਹੜੀ ਆਵਾਜਾਈ ਮਾਲ ਗੱਡੀਆਂ ਦੀ ਉਹ ਨਹੀਂ ਸੀ ਚੱਲ ਰਹੀ। ਸੋ ਦੱਸ ਦਈਏ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਹੋਈ ਹੈ ਤੇ ਜਿਹੜਾ ਫੂਡ ਗ੍ਰੇਨਸ ਹੈ, ਜਿਹੜਾ FCI ਦੀ ਖਰੀਦ ਹੁੰਦੀ ਹੈ, ਜਿਵੇਂ ਪੰਜਾਬ ਦੇ ਵਿੱਚ ਸਟੋਰੇਜ ਹੈ ਜਿਸ ਥਾਂ ਤੋਂ, ਉਸ ਥਾਂ ਤੋਂ ਜਿਹੜਾ ਅਨਾਜ ਹੈ ਦੂਜੇ ਰਾਜਾਂ ਨੂੰ ਭੇਜਿਆ ਜਾਂਦਾ ਉਹ ਮਾਲ ਗੱਡੀਆਂ ਰਾਹੀਂ ਹੀ ਜਾਂਦਾ ਤੇ ਮਾਲ ਗੱਡੀਆਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਜਿਹੜਾ ਕੋਲਾ ਆਊਗਾ ਉਹਦਾ ਫਾਇਦਾ ਪੰਜਾਬ ਦੇ ਵਿੱਚ ਹੋਣਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਰਹੇ ਸੀਗੇ ਕਿ ਕੋਲੇ ਦੀ ਜਿਹੜੀ ਹੈ ਉਹ ਕੋਲੇ ਦਾ ਭੰਡਾਰ ਹੈ ਪੂਰੀ ਤਰ੍ਹਾਂ ਖਤਮ ਹੋ ਗਿਆ, ਥਰਮਲ ਪਲਾਂਟਾਂ ਦੇ ਵਿੱਚ ਬਿਜਲੀ ਦਾ ਸੰਕਟ ਆ ਸਕਦਾ ਸੀਗਾ, ਇਸ ਕਰਕੇ ਕਿਸਾਨਾਂ ਨੇ ਰਾਹ ਦਿੱਤਾ ਹੈ ਤੇ ਕਣਕ ਦੀ ਬਿਜਾਈ ਹੋਣੀ ਹੈ, ਉਸ ਦੇ ਨਾਲ ਜਿਹੜੀਆਂ ਖਾਦਾਂ ਆਉਣੀਆਂ ਨੇ, DAP ਆਉਣਾ ਹੈ, ਉਹ ਕਣਕ ਦੀ ਬਿਜਾਈ ਦੇ ਲਈ ਉਸ ਦੀ ਜ਼ਰੂਰਤ ਹੈਗੀ ਆ। ਸੋ ਇਸ ਵੇਲੇ ਇੱਕ ਗੱਲ ਬਹੁਤ ਦੱਸਣੀ ਜ਼ਰੂਰੀ ਹੈ ਕਿ ਹਾਲੇ ਜਿਹੜਾ ਮਾਲ ਗੱਡੀਆਂ ਨੂੰ ਲੰਘ ਆਏ ਉਹ ਸਿਰਫ ਦਿੱਤਾ ਗਿਆ ਹੈ, ਜਿਹੜੀ ਯਾਤਰੀ ਟ੍ਰੇਨ ਹੈ ਉਹ ਬਿਲਕੁਲ ਬੰਦ ਹੈ। ਪਿੱਛੇ ਤੁਸੀਂ ਰੇਲਵੇ ਸਟੇਸ਼ਨ ਜਿਹੜਾ ਦੇਖ ਸਕਦੇ ਹੋ ਲੁਧਿਆਣਾ ਦਾ ਬਿਲਕੁਲ ਸੁੰਨਸਾਨ ਪਿਆ ਹੈ, ਇਸ ਥਾਂ ਤੇ ਬਿਲਕੁਲ ਵੀ ਜਗ੍ਹਾ ਨਹੀਂ ਹੁੰਦੀ, ਜਿਵੇਂ ਕਹਿੰਦੇ ਕਿ ਤਿਲ ਸਿੱਟਣ ਲਈ ਵੀ ਜਗ੍ਹਾ ਨਹੀਂ ਹੁੰਦੀ, ਪਰ ਹੁਣ ਇਹ ਬਿਲਕੁਲ ਖਾਲੀ ਪਿਆ, ਬਿਲਕੁਲ ਸੁੰਨਸਾਨ ਪਿਆ ਹੈ। ਆਵਾਜਾਈ ਜਿਹੜੀ ਹੈ ਉਹ ਮਾਲ ਗੱਡੀਆਂ ਦੀ ਜ਼ਰੂਰ ਚੱਲੀ ਹੈ ਤੇ ਇਹ ਵੀ ਸਿਰਫ 5 ਨਵੰਬਰ ਤੱਕ ਹੈ। ਕਿਸਾਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ 5 ਨਵੰਬਰ ਤੱਕ ਇਹ ਜਿਹੜੀ ਆਵਾਜਾਈ ਹੈ ਮਾਲ ਗੱਡੀਆਂ ਦੀ ਖੋਲੀ ਜਾਊਗੀ ਅਤੇ ਜੇਕਰ ਕਿਸਾਨਾਂ ਦਾ ਜਿਹੜਾ ਮੰਗ ਹੈਗੀ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਉਹ ਪੂਰੀ ਨਾ ਹੋਈ ਤਾਂ ਮੁੜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਊਗਾ। ਨਾ ਯਾਤਰੀ ਟ੍ਰੇਨ ਚੱਲੂਗੀ ਤੇ ਨਾ ਹੀ ਮਾਲ ਗੱਡੀਆਂ ਦੀ ਕੋਈ ਆਵਾਜਾਈ ਚੱਲਣ ਦਿੱਤੀ ਜਾਊਗੀ। ਹਾਲਾਂਕਿ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਇਸ ਤੇ ਕੀ फैसला लेंदी है। फिलहाल कैमरामैन देसराज दे नाल रणबीर सिंह राणा।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਜੰਕਸ਼ਨ ਤੇ। ਲੁਧਿਆਣਾ ਦਾ ਇਹ ਮੁੱਖ ਜੰਕਸ਼ਨ ਹੈ ਤੇ ਵੱਡੀ ਗੱਲ ਇਹ ਹੈ ਕਿ ਅੱਜ ਤੋਂ ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ, ਕਿਉਂਕਿ ਕਿਸਾਨਾਂ ਦੇ ਵੱਲੋਂ 5 ਨਵੰਬਰ ਤੱਕ ਖੁੱਲ੍ਹ ਦੇ ਦਿੱਤੀ ਗਈ ਹੈ ਮਾਲ ਗੱਡੀਆਂ ਨੂੰ ਲੰਘਣ ਦੀ। ਤਸਵੀਰਾਂ ਤੁਹਾਨੂੰ ਲੁਧਿਆਣਾ ਜੰਕਸ਼ਨ ਤੋਂ ਦਿਖਾ ਰਹੇ ਹਾਂ, ਜਿੱਥੇ ਇੱਕ ਮਾਲ ਗੱਡੀ ਦੀ ਆਮਦ ਹੋਈ ਹੈ ਤੇ ਹੁਣ ਜਿਹੜੀ ਢੋਆ ਢੁਆਈ ਹੈ ਮਾਲ ਗੱਡੀਆਂ ਦੇ ਰਾਹੀਂ ਉਸ ਦੀ ਵੀ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਹਮਣੇ ਇਸ ਪਾਸੇ ਮੇਰੇ ਦੇਖ ਸਕਦੇ ਹੋ ਤੁਸੀਂ ਕਿ ਰੇਲ ਗੱਡੀ ਦੇ ਜਿਹੜੇ ਇੰਜਨ ਨੇ ਉਹ ਪਿਛਲੇ ਕਈ ਮਹੀਨਿਆਂ ਤੋਂ ਇਸੇ ਢੰਗ ਦੇ ਨਾਲ ਖੜੇ ਨੇ। ਕੋਈ ਵੀ ਜਿਹੜੀ ਆਵਾਜਾਈ ਹੈ ਉਹ ਨਹੀਂ ਸੀ ਚੱਲਣ ਦਿੱਤੀ ਜਾ ਰਹੀ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂ ਲਗਾਤਾਰ ਜਿਹੜੇ ਨੇ ਉਹ ਰੇਲ ਰੋਕੋ ਅੰਦੋਲਨ ਕਰ ਰਹੇ ਸਨ। ਰੇਲਾਂ ਨਹੀਂ ਸਨ ਚੱਲ ਰਹੀਆਂ। ਉਸ ਤੋਂ ਪਹਿਲਾਂ ਕਰੋਨਾ ਕਾਲ ਸੀਗਾ, ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀਗਾ। ਪਰ ਹੁਣ ਕਿਸਾਨ ਜਥੇਬੰਦੀਆਂ ਦੀ ਮੰਗ ਤੋਂ ਬਾਅਦ ਜਿਹੜੀ ਮੰਗ ਮੰਨੀ ਗਈ ਹੈ, ਸੈਸ਼ਨ ਬੁਲਾ ਲਿਆ ਗਿਆ, ਬਿੱਲ ਪਾਸ ਕੀਤੇ ਗਏ, ਜਾਂ ਈਵਨ ਕਿ ਇਹ ਵੀ ਗੱਲ ਸੀਗੀ ਕਿ ਜਿਹੜੀ ਖਾਦ ਹੈ ਉਹ ਆਉਣੀ ਹੈ, ਜਿਹੜਾ ਝੋਨਾ ਹੈ ਉਹ ਜਾਣਾ ਹੈ, ਜਿਹੜਾ ਕੋਲਾ ਹੈ ਉਹਦੀ ਜ਼ਰੂਰਤ ਸੀਗੀ ਪੰਜਾਬ ਨੂੰ, ਤੇ ਉਸੇ ਨੂੰ ਲੈ ਕੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਨੇ ਤੇ ਮਾਲ ਗੱਡੀਆਂ ਦੀ ਜਿਹੜੀ ਦੇ ਵੱਲੋਂ ਢੋਆ ਢੁਆਈ ਦਾ ਕੰਮ ਹੈ, ਮਾਲ ਗੱਡੀਆਂ ਦੀ ਆਵਾਜਾਈ ਹੈ, ਉਸ ਦੀ ਸ਼ੁਰੂਆਤ ਹੋ ਗਈ ਹੈ। ਕਿਉਂਕਿ ਕਿਸੇ ਵੀ ਵਪਾਰ ਨੂੰ, ਕਾਰੋਬਾਰ ਨੂੰ ਚਲਾਉਣ ਦੇ ਲਈ ਮਾਲ ਗੱਡੀਆਂ ਦੀ ਵੱਡੀ ਜ਼ਰੂਰਤ ਹੁੰਦੀ ਹੈ। ਪੰਜਾਬ ਦੇ ਵਿੱਚ ਜੇ ਕੋਲਾ ਆਉਂਦਾ ਹੈ ਤਾਂ ਮਾਲ ਗੱਡੀਆਂ ਰਾਹੀਂ ਆਉਂਦਾ ਹੈ, ਜੇ ਝੋਨਾ ਜਾਂ ਅਨਾਜ ਜਾਂਦਾ ਹੈ ਤਾਂ ਮਾਲ ਗੱਡੀਆਂ ਰਾਹੀਂ ਜਾਂਦਾ ਹੈ, ਜੇ ਕੋਈ ਦੂਜੇ ਸਟੇਟਾਂ ਨੂੰ ਆਦਾਨ ਪ੍ਰਦਾਨ ਹੁੰਦਾ ਹੈ ਤਾਂ ਮਾਲ ਗੱਡੀਆਂ ਰਾਹੀਂ ਹੁੰਦਾ ਹੈ, ਜੇ ਖਾਦ ਦੀ DAP ਦੀ ਆਮਦ ਹੁੰਦੀ ਹੈ ਤਾਂ ਉਹ ਵੀ ਪੰਜਾਬ ਦੇ ਵਿੱਚ ਮਾਲ ਗੱਡੀਆਂ ਰਾਹੀਂ ਹੀ ਆਉਂਦੀ ਹੈ। ਸੋ ਪੰਜਾਬ ਦੀ ਇਕਨੋਮੀ ਤੇ ਵੱਡਾ ਅਸਰ ਹੋ ਰਿਹਾ ਸੀ ਤੇ ਇਸੇ ਅਪੀਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਇਹ ਅਪੀਲ ਜਿਹੜੀ ਹੈ ਉਹ ਰੰਗ ਲਿਆਈ ਹੈ ਤੇ ਹੁਣ ਮਾਲ ਗੱਡੀਆਂ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਢੰਗ ਦੇ ਨਾਲ ਮਾਲ ਗੱਡੀਆਂ ਤੋਂ ਜਿਹੜਾ ਢੋਆ ਢੁਆਈ ਦਾ ਸਮਾਨ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ। ਲੁਧਿਆਣਾ ਜੰਕਸ਼ਨ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਤੇ ਜਿੱਥੇ ਹੁਣ ਤੋਂ ਪਹਿਲਾਂ ਵੀ ਇੱਕ ਮਾਲ ਗੱਡੀ ਨਿਕਲ ਕੇ ਹਟੀ ਹੈ ਤੇ ਥੋੜੇ ਦੇਰ ਬਾਅਦ ਮਾਲ ਗੱਡੀਆਂ ਜਿਹੜੀਆਂ ਉਹ ਆ ਜਾ ਰਹੀਆਂ ਨੇ, ਕਿਉਂਕਿ ਲੁਧਿਆਣਾ ਇੱਕ ਵੱਡਾ ਹੌਜ਼ਰੀ ਦਾ ਤੇ ਹੋਰ ਸਾਈਕਲ ਪਾਰਟਸ ਤੋਂ ਲੈ ਕੇ ਹੋਰ ਕਾਰੋਬਾਰ ਦਾ ਜੰਕਸ਼ਨ ਵੀ ਹੈ। ਇਸੇ ਥਾਂ ਤੋਂ ਜਿਹੜੇ ਸਮਾਨ ਹੈ ਉਹਦੀ ਢੋਆ ਢੁਆਈ ਹੁੰਦੀ ਹੈ, ਜਿਹੜਾ ਕੱਚਾ ਮਾਲ ਹੈ ਉਹ ਵੀ ਆਉਂਦਾ ਏ ਤੇ ਜਿਹੜਾ ਤਿਆਰ ਮਾਲ ਹੈ ਉਹ ਵੀ ਇੱਥੋਂ ਜਾਂਦਾ ਏ। ਸੋ ਹੁਣ ਮਾਲ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਪਹੀਏ ਚੱਲਣ ਲੱਗੇ ਨੇ, ਚੱਕੇ ਚੱਲਣ ਲੱਗੇ ਨੇ, ਪਰ ਪਹਿਲਾਂ ਇਹ ਰਫ਼ਤਾਰ ਬਿਲਕੁਲ ਬੰਦ ਸੀਗੀ ਤੇ ਹੌਲੀ ਮੁੜ ਤੋਂ ਜਿਹੜੀ ਮਾਲ ਗੱਡੀਆਂ ਦੀ ਆਵਾਜਾਈ ਹੈ ਉਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਸੋ ਜਿਸ ਢੰਗ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਲੁਧਿਆਣਾ ਜੰਕਸ਼ਨ ਤੋਂ ਦਿਖਾ ਰਹੇ ਹਾਂ ਕਿ ਮਾਲ ਗੱਡੀ ਜਿਹੜੀ ਹੈ ਉਹ ਜਾ ਰਹੀ ਹੈ। ਸੋ ਇਹ ਲੁਧਿਆਣਾ ਜੰਕਸ਼ਨ ਦੀਆਂ ਤਸਵੀਰਾਂ ਨੇ, ਜਿੱਥੇ ਮਾਲ ਗੱਡੀ ਦੀ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ ਤੇ ਪਹਿਲਾਂ ਮਾਲ ਗੱਡੀਆਂ ਬਿਲਕੁਲ ਬੰਦ ਸਨ, ਕਿਤੇ ਵੀ ਜਿਹੜੀ ਆਵਾਜਾਈ ਮਾਲ ਗੱਡੀਆਂ ਦੀ ਉਹ ਨਹੀਂ ਸੀ ਚੱਲ ਰਹੀ। ਸੋ ਦੱਸ ਦਈਏ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਹੋਈ ਹੈ ਤੇ ਜਿਹੜਾ ਫੂਡ ਗ੍ਰੇਨਸ ਹੈ, ਜਿਹੜਾ FCI ਦੀ ਖਰੀਦ ਹੁੰਦੀ ਹੈ, ਜਿਵੇਂ ਪੰਜਾਬ ਦੇ ਵਿੱਚ ਸਟੋਰੇਜ ਹੈ ਜਿਸ ਥਾਂ ਤੋਂ, ਉਸ ਥਾਂ ਤੋਂ ਜਿਹੜਾ ਅਨਾਜ ਹੈ ਦੂਜੇ ਰਾਜਾਂ ਨੂੰ ਭੇਜਿਆ ਜਾਂਦਾ ਹੈ ਉਹ ਮਾਲ ਗੱਡੀਆਂ ਰਾਹੀਂ ਹੀ ਜਾਂਦਾ ਤੇ ਮਾਲ ਗੱਡੀਆਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਜਿਹੜਾ ਕੋਲਾ ਆਊਗਾ ਉਹਦਾ ਫਾਇਦਾ ਪੰਜਾਬ ਦੇ ਵਿੱਚ ਹੋਣਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਰਹੇ ਸੀਗੇ ਕਿ ਕੋਲੇ ਦੀ ਜਿਹੜੀ ਹੈ ਉਹ ਕੋਲੇ ਦਾ ਭੰਡਾਰ ਹੈ ਪੂਰੀ ਤਰ੍ਹਾਂ ਖਤਮ ਹੋ ਗਿਆ, ਥਰਮਲ ਪਲਾਂਟਾਂ ਦੇ ਵਿੱਚ ਬਿਜਲੀ ਦਾ ਸੰਕਟ ਆ ਸਕਦਾ ਸੀਗਾ, ਇਸ ਕਰਕੇ ਕਿਸਾਨਾਂ ਨੇ ਰਾਹ ਦਿੱਤਾ ਹੈ ਤੇ ਕਣਕ ਦੀ ਬਿਜਾਈ ਹੋਣੀ ਹੈ, ਉਸ ਦੇ ਨਾਲ ਜਿਹੜੀਆਂ ਖਾਦਾਂ ਆਉਣੀਆਂ ਨੇ, DAP ਆਉਣਾ ਹੈ, ਉਹ ਕਣਕ ਦੀ ਬਿਜਾਈ ਦੇ ਲਈ ਉਸ ਦੀ ਜ਼ਰੂਰਤ ਹੈਗੀ ਆ। ਸੋ ਇਸ ਵੇਲੇ ਇੱਕ ਗੱਲ ਬਹੁਤ ਦੱਸਣੀ ਜ਼ਰੂਰੀ ਹੈ ਕਿ ਹਾਲੇ ਜਿਹੜਾ ਮਾਲ ਗੱਡੀਆਂ ਨੂੰ ਲਾਂਘਾ ਹੈ ਉਹ ਸਿਰਫ ਦਿੱਤਾ ਗਿਆ ਹੈ, ਜਿਹੜੀ ਯਾਤਰੀ ਟ੍ਰੇਨ ਹੈ ਉਹ ਬਿਲਕੁਲ ਬੰਦ ਹੈ। ਪਿੱਛੇ ਤੁਸੀਂ ਰੇਲਵੇ ਸਟੇਸ਼ਨ ਜਿਹੜਾ ਦੇਖ ਸਕਦੇ ਹੋ ਲੁਧਿਆਣਾ ਦਾ, ਬਿਲਕੁਲ ਸੁੰਨਸਾਨ ਪਿਆ ਹੈ। ਇਸ ਥਾਂ ਤੇ ਬਿਲਕੁਲ ਵੀ ਜਗ੍ਹਾ ਨਹੀਂ ਹੁੰਦੀ, ਜਿਵੇਂ ਕਹਿੰਦੇ ਕਿ ਤਿਲ ਸਿੱਟਣ ਲਈ ਵੀ ਜਗ੍ਹਾ ਨਹੀਂ ਹੁੰਦੀ, ਪਰ ਹੁਣ ਇਹ ਬਿਲਕੁਲ ਖਾਲੀ ਪਿਆ, ਬਿਲਕੁਲ ਸੁੰਨਸਾਨ ਪਿਆ ਹੈ। ਆਵਾਜਾਈ ਜਿਹੜੀ ਹੈ ਉਹ ਮਾਲ ਗੱਡੀਆਂ ਦੀ ਜ਼ਰੂਰ ਚੱਲੀ ਹੈ ਤੇ ਇਹ ਵੀ ਸਿਰਫ 5 ਨਵੰਬਰ ਤੱਕ ਹੈ। ਕਿਸਾਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ 5 ਨਵੰਬਰ ਤੱਕ ਇਹ ਜਿਹੜੀ ਆਵਾਜਾਈ ਹੈ ਮਾਲ ਗੱਡੀਆਂ ਦੀ ਖੋਲੀ ਜਾਊਗੀ ਅਤੇ ਜੇਕਰ ਕਿਸਾਨਾਂ ਦਾ ਜਿਹੜਾ ਮੰਗ ਹੈਗੀ ਹੈ ਖੇਤੀ ਕਾਨੂੰਨ ਰੱਦ ਕਰਨ ਦੀ ਉਹ ਪੂਰੀ ਨਾ ਹੋਈ ਤਾਂ ਮੁੜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਊਗਾ। ਨਾ ਯਾਤਰੀ ਟ੍ਰੇਨ ਚੱਲੂਗੀ ਤੇ ਨਾ ਹੀ ਮਾਲ ਗੱਡੀਆਂ ਦੀ ਕੋਈ ਆਵਾਜਾਈ ਚੱਲਣ ਦਿੱਤੀ ਜਾਊਗੀ। ਹਾਲਾਂਕਿ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਇਸ ਤੇ ਕੀ ਫੈਸਲਾ ਲੈਂਦੀ ਹੈ। ਫਿਲਹਾਲ ਕੈਮਰਾਮੈਨ ਦੇਸਰਾਜ ਦੇ ਨਾਲ ਰਣਬੀਰ ਸਿੰਘ ਰਾਣਾ।